ਚਲਿਆ ਰਾਏ, ਕਰ ਕਹਿ ਪੈਸਣ ਨਾਹੀ ਜਾਏ। ਕਰ ਮਿਲੈ ਆਖਣ ਤੇਰਾ ਨਾਉ, ਜਿਤ ਲਗ ਕਰਨਾ ਹੋਰ ਨਹੀਂ ਤਾਉ। ਜੇ ਕੋ ਡੂਬੈ ਫਿਰ ਹੋਵੈ ਸਾਰ, ਨਾਨਕ ਸਾਚਾ ਸਰਬ ਦਾਤਾਰ। ਜੇ ਕੋ ਡੂਬੈ ਫਿਰ ਹੋਵੈ ਸਾਰ, ਨਾਨਕ ਸਾਚਾ ਸਰਬ ਦਾਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ। ਆਨੰਦ ਸੁਨੋ ਵਡ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ। ਸੁਨਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਿਹਾ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਰਾਗ ਸੂਹੀ ਛੰਤ ਮਹਲਾ ਤੀਜਾ, ਘਰ ਦੂਜਾ ਇਕ ਓੰਕਾਰ ਸਤਿਗੁਰ ਪ੍ਰਸਾਦ। ਸੁਖ ਸੋਹਿਲੜਾ ਹਰ ਧਿਆਵੋ, ਗੁਰਮੁਖ ਹਰ ਫਲ ਪਾਵੋ। ਸੁਖ ਸੋਹਿਲੜਾ ਹਰ ਧਿਆਵੋ, ਗੁਰਮੁਖ ਹਰ ਫਲ ਪਾਵੋ। ਗੁਰਮੁਖ ਫਲ ਪਾਵੋ, ਹਰ ਨਾਮ ਧਿਆਵੋ। ਜਨਮ ਜਨਮ ਕੇ ਦੁਖ ਨਿਵਾਰੇ, ਬਲਿਹਾਰੀ ਗੁਰ ਆਪਣੇ ਵਿਟੋਂ। ਜਿਨ ਕਾਰਜ ਸਭ ਸਵਾਰੇ, ਹਰ ਪ੍ਰਭ ਕਿਰਪਾ ਕਰੇ ਹਰ ਜਾਪੋ। ਸੁਖ ਫਲ ਹਰ ਜਨ ਪਾਵੋ। ਨਾਨਕ ਕਹੈ ਸੁਣੋ ਜਨ ਭਾਈ, ਸੁਖ ਸੋਹਿਲੜਾ ਹਰ ਧਿਆਵੋ। ਹਰ ਪ੍ਰਭ ਕਿਰਪਾ ਕਰੇ ਹਰ ਜਾਪੋ, ਸੁਖ ਫਲ ਹਰ ਜਨ ਪਾਵੋ। ਨਾਨਕ ਕਹੈ ਸੁਣੋ ਜਨ ਭਾਈ, ਸੁਖ ਸੋਹਿਲੜਾ ਹਰ ਧਿਆਵੋ। ਸਤਿਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਪਿਆਰ ਨਾਲ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਅਪਾਰ ਰਹਿਮਤ ਦੇ ਘਰ ਦੇ ਵਿੱਚ ਆ ਕੇ ਅੱਜ ਦਾ ਪਵਿੱਤਰ ਹੁਕਮਨਾਮਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਬਖਸ਼ਿਸ਼ ਕੀਤਾ ਹੈ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਤੇ ਪਾਵਨ ਸਰੂਪ ਵਿੱਚ 767 ਅੰਗ ਤੇ ਸੁਭਾਇਮਾਨ ਹੈ। ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਉਚਾਰਿਆ ਹੋਇਆ ਸ਼ਬਦ, ਤੀਜੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਦਾ ਤੀਜਾ ਸਰੂਪ
ਸਤਿਗੁਰਾਂ ਨੇ ਅੱਜ ਦੇ ਪਵਿੱਤਰ ਹੁਕਮਨਾਮੇ ਨੂੰ ਰਾਗ ਸੂਹੀ ਵਿੱਚ ਉਚਾਰਨ ਕੀਤਾ ਹੈ ਤੇ ਤਬਲੇ ਦੀ ਤਾਲ, ਜੋੜੀ ਦੀ ਤਾਲ, ਘਰ ਦੂਜਾ। ਰਾਗ ਸੂਹੀ ਹਿਰਦੇ ਵਿੱਚ ਭਗਤੀ ਦੀ ਭਾਵਨਾ ਪੈਦਾ ਕਰਦਾ ਹੈ। ਸ਼ਬਦ ਆਪ ਉਸ ਪਰਮੇਸ਼ਰ ਨਾਲ ਜੋੜਨ ਦੀ ਉਡੀਕ ਦੇ ਵਿੱਚ ਅਸੀਂ ਸਾਰੇ ਹੀ ਬੈਠੇ ਹਾਂ। ਰਾਗ ਸੂਹੀ, ਛੰਤ, ਮਹੱਲਾ ਤੀਜਾ, ਘਰ ਦੂਜਾ। ਇਕ ਓਂਕਾਰ ਸਤਿਗੁਰ ਪ੍ਰਸਾਦ, ਸੁਖ ਸੁਹੇਲੜਾ ਹਰ ਧਿਆਵੋ, ਗੁਰਮੁਖ ਹਰ ਫਲ ਪਾਵੋ। ਸੁਹੇਲਾ ਹੁੰਦਾ ਉਹ ਸ਼ਬਦ, ਉਹ ਕੀਰਤਨ ਜਿਹੜਾ ਪਰਮਾਤਮਾ ਦੀ ਉਪਮਾ ਵਿੱਚ ਗਾਇਆ ਜਾਏ। ਸਿਫਤ ਸਲਾਹ ਵਾਲਾ ਗੀਤ ਤੇ ਸ਼ਬਦ। ਗੁਰੂ ਮਹਾਰਾਜ ਫਰਮਾਉਂਦੇ ਹਨ ਕਿ ਜੇ ਅਸੀਂ ਪਰਮਾਤਮਾ ਨੂੰ ਧਿਆਨ ਦੇ ਵਿੱਚ ਰੱਖ ਕੇ ਹਰ ਧਿਆਵੋ, ਧਿਆਵੋ ਦਾ ਭਾਵ ਧਿਆਨ ਦੇ ਵਿੱਚ ਰੱਖਣਾ। ਕਿਹਨੂੰ ਧਿਆਨ 'ਚ ਰੱਖਣਾ? ਹਰ, ਜੋ ਹਮੇਸ਼ਾ ਹਰਿਆ ਰਹਿੰਦਾ, ਜਿਹੜਾ ਅਮਰ ਹੈ, ਜਿਹੜਾ ਅਕਾਲ ਹੈ। ਦੁਨੀਆ ਦੇ ਲੋਕ ਆਉਣਗੇ ਤੇ ਚਲੇ ਜਾਣਗੇ। ਰਾਮ ਗਇਓ ਰਾਮਨ ਗਇਓ, ਜਾਂ ਕੋ ਬਹੁ ਪਰਿਵਾਰ। ਰਾਮ ਦੁਨੀਆ ਦੇ ਵਿੱਚ ਆਇਆ, ਰਾਵਣ ਦੁਨੀਆ ਦੇ ਵਿੱਚ ਆਇਆ। ਉਹ ਆਪ ਵੀ ਚਲੇ ਗਏ ਤੇ ਉਹਨਾਂ ਦੇ ਪਰਿਵਾਰ ਵੀ ਚਲੇ ਗਏ। ਕਹੋ ਨਾਨਕ ਹਰ ਭਜਮਨਾ, ਤੈ ਬਿਦ ਉਤਰੇ ਪਾਰ। ਤੂੰ ਉਸ ਵਾਹਿਗੁਰੂ ਦੀ ਆਰਾਧਨਾ ਕਰ ਜਿਹਦੀ ਆਰਾਧਨਾ ਕਰਕੇ ਤੂੰ ਭਵ ਸਾਗਰ ਤੋਂ ਪਾਰ ਹੋ ਜਾਏ। ਮਨੁੱਖਾਂ ਨਾਲ ਜਾਂ ਕਿਸੇ ਮੂਰਤੀਆਂ ਦੇ ਨਾਲ, ਬੁੱਤਾਂ ਦੇ ਨਾਲ ਆਪਣਾ ਚਿੱਤ ਨਾ ਲਾਈ, ਫਸ ਜਾਏਗਾ। ਜਿਨ੍ਹਾਂ ਦੇ ਨਾਲ ਚਿੱਤ ਲਾਏਗਾ ਉਹਨਾਂ ਨੂੰ ਵੀ ਫਸਾ ਦੇਗਾ। ਸੋ ਵਾਹਿਗੁਰੂ ਧਿਆਨ 'ਚ ਰੱਖ ਕੇ ਉਹਦੀ ਸਿਫਤ ਤੇ ਸਲਾਹ ਦੇ ਗੀਤ ਗਾਓ ਤੇ ਤੁਹਾਡੇ ਜੀਵਨ ਵਿੱਚ ਸੁੱਖ ਬਣੇਗਾ। ਗੁਰਮੁਖ ਹਰ ਫਲ ਪਾਵੋ। ਹੁਣ ਮਹਾਰਾਜ ਨੇ ਇੱਥੇ ਇੱਕ ਸ਼ਰਤ ਰੱਖੀ ਹੈ, ਗੁਰਮੁਖ। ਵਾਹਿਗੁਰੂ ਨੂੰ ਧਿਆਨ 'ਚ ਰੱਖਣਾ, ਪਰ ਤੁਹਾਡਾ ਮੁਖ ਗੁਰੂ ਵੱਲ ਹੋਏ। ਇਹ ਨਾ ਹੋਏ ਵੀ ਦੋ ਕਿਸ਼ਤੀਆਂ ਦੇ ਪੈਰ ਹੋਣ, ਇੱਕ ਕਿਸ਼ਤੀ ਉਧਰ ਚਲੀ ਜਾਏ ਤੇ ਇੱਕ ਉਧਰ ਚਲੀ ਜਾਏ ਤੇ ਤੁਹਾਡੇ ਦੋ ਫਾੜ ਹੋ ਜਾਣ, ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਅਸੀਂ ਸਪਲਿਟ। ਗੁਰਮੁਖ ਬਣ ਕੇ ਵਾਹਿਗੁਰੂ ਦੇ ਦਰਸ਼ਨਾਂ ਦਾ ਫਲ ਤੁਹਾਨੂੰ ਪ੍ਰਾਪਤ ਹੋ ਜਾਏਗਾ। ਫਲ ਦੇ ਲੱਲੇ ਥੱਲੇ ਔਂਕੜ ਹੈ, ਭਾਵ ਇੱਕ ਫਲ। ਸਾਧ ਸੰਗਤ ਜੀ, ਸਾਰੀ ਆਪਣੇ ਜੀਵਨ ਦੀਆਂ ਇੱਛਾਵਾਂ ਉਹਨਾਂ ਨੂੰ ਨੋਟ ਕਰੋ। ਲੰਬੀ ਲਿਸਟ ਆ, ਬਹੁਤ ਲੰਬੀ ਲਿਸਟ ਆ। ਪੜ੍ਹਾਈ ਕਰਨੀ ਆ, ਜੌਬ ਲੈਣੀ ਆ, ਫਿਰ ਵਿਆਹ ਕਰਨਾ, ਫਿਰ ਬੱਚੇ ਹੋਣਗੇ, ਉਹਨਾਂ ਦੀ ਪਾਲਣਾ ਕਰਨੀ, ਫਿਰ ਧਿਆਨ ਪੈਨਸ਼ਨ ਵੱਲ। ਜਦੋਂ ਬਜ਼ੁਰਗ ਹੋ ਜਾਵਾਂਗੇ ਫਿਰ ਉਦੋਂ ਪੈਨਸ਼ਨ ਦੀ ਲੋੜ ਆ। ਲੰਬੀ ਲਿਸਟ। ਗੁਰੂ ਮਹਾਰਾਜ ਕਹਿੰਦੇ ਉਹ ਸਾਰੀ ਲਿਸਟ 'ਤੇ ਕਾਂਟਾ ਮਾਰ ਦਿਓ, ਕੋਈ ਸੋਚਣ ਦੀ ਲੋੜ ਨਹੀਂ। ਇੱਕ ਲਿਸਟ ਦੇ ਵਿੱਚ ਚੀਜ਼ ਹੋਏਗੀ ਤੇ ਸਾਰੀਆਂ ਚੀਜ਼ਾਂ ਪ੍ਰਾਪਤ ਹੋ ਜਾਣਗੀਆਂ। ਲਿਸਟ ਬੜੀ ਲੰਬੀ ਹੈ। ਜਦੋਂ ਸ਼ਾਪਿੰਗ ਕਰਨ ਜਾਈਦਾ ਬੜੀ ਲੰਬੀ ਲਿਸਟ ਹੁੰਦੀ ਆ। ਬ੍ਰੈਡ ਲੈਣੀ ਹੈ, ਦੁੱਧ ਲੈਣਾ, ਫਲਾਣੀ ਚੀਜ਼ ਲੈਣੀ ਹੈ। ਇਸ ਤਰ੍ਹਾਂ ਜੀਵਨ ਦੇ ਵਿੱਚ ਬੜੀ ਲੰਬੀ ਲਿਸਟ ਆ। ਮਾਏ ਕਹਿੰਦੇ ਕਾਂਟਾ ਮਾਰ ਦਿਓ, ਇੱਕ ਫਲ ਦੀ ਇੱਛਾ ਕਰੋ। ਜਿਹੜਾ ਅਸਲ ਦੇ ਵਿੱਚ ਭਗਤ ਹੈ ਨਾ, ਕਿਸੇ ਚੀਜ਼ ਦੀ ਇੱਛਾ ਨਹੀਂ ਕਰਦਾ। ਕਾਹੂ ਫਲ ਕੀ ਇੱਛਾ ਨਹੀਂ ਬਾਂਛਾ, ਕੇਵਲ ਭਗਤ ਕੀਰਤਨ ਸੰਗ ਰਾਚਾ।
सिर्फ एक चीज़ मन दे विच रखना भी उस वाहिगुरू दा सुख देने वाला सुहेलड़ा मैं गांदा रहा, कीर्तन करता रहा। गुरमुख फल पावो हर नाम ध्यावो, जन्म जन्म के दुख निवारे। हुण साध संगत जी, किसी की कोई बड़ी लंबी लिस्ट होई भी मैं एक बड़ा वड्डा महल बनाना, पर मौत का तो पता ही नहीं। मौत आ गई, वो महल ना बना सके। वो जिहड़ा ख्याल सी, वो जिहड़ा बी पाया सी महल बनाउण दा, वो हाले भी मन दे विच है, आत्मा दे विच है। आत्मा मरदी नहीं। हुण वो जिहड़ा बी पाया सी दुनियावी इच्छा दा, वो दोबारा जन्म कराएगा। बंदा दुनिया च आ गया फिर दोबारा, पर वो जूना भोग के अकाल पुरख के हुक्म दे विच रह के जूना भोग के फिर मनुखा जीवन मिलिया। वो जिहड़े मन की इच्छा सी भी महल बनाना, वो हाले भी अंदर। बच्चों नाल बड़ा मोह सी, वो हाले भी पिछले जन्मां तो वो इच्छा भी मेरे बच्चे मेरे कोल होण, मोह है। इनू कहंदे जन्मां जन्मां दे दुख। सो गुरु महाराज फरमांदे हन, गुरमुख फल पावो हर नाम ध्यावो, जन्म जन्म के दुख निवारे। ਜਦੋਂ ਤੁਸੀਂ ਵਾਹਿਗੁਰੂ ਨੂੰ ਆਪਣੇ ਧਿਆਨ 'ਚ ਰੱਖੋਗੇ, ਜਨਮਾਂ ਜਨਮਾਂ ਦੇ ਜਿਹੜੇ ਬੀ ਪਾਏ ਆਪਣੇ ਸ਼ਾਪਿੰਗ ਲਿਸਟ ਦੇ, ਉਹ ਸਾਰੇ ਮੁੱਕ ਜਾਣਗੇ, ਮੁੱਕ ਜਾਣਗੇ। ਹੁਣ ਹੋਇਆ ਕਿ ਵੀ ਅਕਾਲ ਪੁਰਖ ਵਾਹਿਗੁਰੂ ਜਦੋਂ ਪ੍ਰਾਪਤ ਹੋ ਗਿਆ ਤੇ ਸਾਰੀਆਂ ਵਸਤੂਆਂ ਪ੍ਰਾਪਤ ਹੋ ਗਈਆਂ। ਕਮਾਲ ਦੀ ਗੱਲ। ਸਭੇ ਇੱਛਾ ਪੂਰੀਆਂ, ਜਾਂ ਪਾਇਆ ਅਗੰਮ ਅਪਾਰਾ। ਜਦੋਂ ਅਗੰਮ ਅਪਾਰ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ ਤੇ ਉਹ ਜਿਹੜੀਆਂ ਇੱਛਾ ਸੀ ਉਹ ਸਾਰੀਆਂ ਪੂਰੀਆਂ ਹੋ ਗਈਆਂ, ਭਾਵ ਰਹਿ ਹੀ ਨਹੀਂ ਗਈਆਂ। ਇੱਕ ਹੋਰ ਅਸ਼ਚਰਜਮਈ ਗੱਲ ਪਤਾ ਲੱਗੀ ਆ। ਇੱਕ ਵਟਸਐਪ ਗਰੁੱਪ ਸ਼ੁਰੂ ਕੀਤਾ, ਉਹਦੇ 'ਚ ਗੁਰਮਤਿ ਵਿਚਾਰ ਹੁੰਦਾ ਤੇ ਇੱਕ ਗੁਰਮੁਖ ਪਿਆਰੇ ਨੇ ਕਿਹਾ ਵੀ ਤੁਸੀਂ ਕਹਿੰਦੇ ਆ ਵੀ ਰੱਬ ਨੂੰ ਮਿਲਣਾ ਹੈ ਜਿਉਂਦਿਆਂ ਜੀ, ਮਰ ਕੇ ਰੱਬ ਨਹੀਂ ਮਿਲਣਾ। ਕਿਉਂਕਿ ਗੁਰਬਾਣੀ ਕਹਿੰਦੀ ਹੈ ਵੀ ਹੁਣ ਜਦ ਤੱਕ ਤੇਰਾ ਸਵਾਸ ਚੱਲਦਾ, ਇਹ ਸਮਾਂ ਹੈ ਰੱਬ ਨੂੰ ਮਿਲਣ ਦਾ। ਜੇ ਤੂੰ ਉਮੀਦ ਕਰੇਗਾ ਕਿ ਮਰ ਕੇ ਮੈਂ ਰੱਬ ਨੂੰ ਮਿਲਾਂਗਾ, ਜੇ ਕਿਆ ਮਿਲੇਗਾ। ਉਹਨੇ ਵਟਸਐਪ ਦੇ ਵਿੱਚ ਜਿਹੜਾ ਕੁਐਸਚਨ ਸੀ ਵੀ ਇੱਕ ਕਥਾਕਾਰ ਕੋਈ ਕਥਾ ਕਰਦਾ ਸੀ, ਉਹਨੇ ਕਿਹਾ ਵੀ ਰੱਬ ਨੂੰ ਤੁਸੀਂ ਨਾ ਮਿਲੋ ਇਹ ਜੀਵਨ ਦੇ ਵਿੱਚ। ਜੇ ਰੱਬ ਨੂੰ ਮਿਲ ਪਏ ਤੁਹਾਡਾ ਜੀਵਨ ਬੜਾ ਉਦਾਸ ਹੋ ਜਾਏਗਾ। ਜੀਵਨ ਦੇ ਵਿੱਚ ਕੋਈ ਐਕਸਾਈਟਮੈਂਟ, ਕੋਈ ਉਤਸੁਕਤਾ ਰਹਿ ਨਹੀਂ ਜਾਏਗੀ। ਜਦੋਂ ਦਾਸ ਨੇ ਪੜ੍ਹਿਆ, ਮੈਨੂੰ ਬੜੀ ਹੈਰਾਨੀ ਹੋਈ। ਮੈਂ ਕਿਹਾ ਜੇ ਸਾਡੇ ਪ੍ਰਚਾਰਕ ਇੱਦਾਂ ਪ੍ਰਚਾਰ ਕਰਦੇ ਆ ਤੇ ਹਰ ਰੋਜ਼ ਅਸੀਂ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਮਾਂ ਕਹਿੰਦੇ ਤੇਰੇ ਜੀਵਨ ਦੇ ਵਿੱਚ ਆਨੰਦ ਤਾਂ ਹੀ ਆਏਗਾ ਜਦੋਂ ਤੂੰ ਵਾਹਿਗੁਰੂ ਨੂੰ ਮਿਲੇਗਾ। ਇਹਦਾ ਮਤਲਬ ਕਥਾ ਗਲਤ ਹੋ ਰਹੀ ਹੈ, ਲੋਕਾਂ ਨੂੰ ਭਟਕਾਇਆ ਜਾ ਰਿਹਾ। ਇੱਕ ਕਥਾਕਾਰ ਕਹਿੰਦਾ ਭਾਈ ਇੱਕ ਓਂਕਾਰ ਦਾ ਜਾਪ ਨਾ ਕਰਿਆ ਕਰੋ। ਕਿਉਂ ਨਾ ਕਰਿਆ ਕਰੋ? ਕਹਿੰਦੇ ਇਹਦਾ ਖਰਾਬ ਹੋ ਸਕਦਾ ਜੀਵਨ ਤੁਹਾਡਾ। ਮੈਂ ਕਿਹਾ ਵਾਹਿਗੁਰੂ ਕਿਰਪਾ ਕਰੇ ਇਹਨਾਂ ਕਥਾਕਾਰਾਂ 'ਤੇ। ਇੱਕ ਓਂਕਾਰ ਬੀਜ ਮੰਤਰ ਆ, ਜਿਹੜੇ ਮੰਤਰ ਦੇ ਨਾਲ ਸਾਰੀ ਸ੍ਰਿਸ਼ਟੀ ਬਣੀ ਆ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲਾ ਪਵਿੱਤਰ ਅੱਖਰ ਹੈ। ਜਿਹੜੇ ਅੱਖਰ ਨੂੰ ਸਤਿਗੁਰਾਂ ਨੇ ਕਿਹਾ ਵੀ ਉਹ ਅੱਖਰ ਨੂੰ ਆਪਣੇ ਹਿਰਦੇ ਵਿੱਚ ਵਸਾ ਲੈ ਤੇ ਕਦੀ ਜਨਮ ਮਰਨ ਦੇ ਵਿੱਚ ਨਹੀਂ ਆਏਗਾ। ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ, ਬਹੁਤ ਜਨਮ ਨਾ ਵਾ। ਕਥਾਕਾਰ ਜੇ ਇੱਦਾਂ ਕਥਾ ਕਰਨਗੇ ਤੇ ਮਾਫ ਕਰਨਾ ਪੰਥ ਦਾ ਕੀ ਹੋਏਗਾ। ਬਾਣੀ ਪੜ੍ਹੋ ਗੁਰਮੁਖੋ, ਵਿਚਾਰ ਕਰੋ, ਆਨੰਦ ਸੁਣੋ ਵੱਡ ਭਾਗੀਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਜਦੋਂ ਪਾਰ ਬ੍ਰਹਮ ਨੂੰ ਤੁਸੀਂ ਪਾਲੋਗੇ, ਵਾਹਿਗੁਰੂ ਦਾ ਮਿਲਾਪ ਹੋ ਜਾਏਗਾ, ਸਾਰੇ ਵਿਸੂਰੇ
ਸਾਰੇ ਦੁੱਖ, ਸਾਰੇ ਕਲੇਸ਼ ਸਾਰੇ ਦੂਰ ਹੋ ਜਾਣਗੇ। ਜੀਵਨ ਦੇ ਵਿੱਚ ਐਕਸਾਈਟਮੈਂਟ ਆਏਗੀ, ਚਾਅ ਪੈਦਾ ਹੋਏਗਾ ਵੀ ਵਾਹਿਗੁਰੂ ਦੀ ਸੇਵਾ ਕਰਾਂ ਮੈਂ। ਗੁਰੂ ਅਮਰਦਾਸ ਜੀ ਮਹਾਰਾਜ ਆਨੰਦ ਸਾਹਿਬ ਦੀ ਬਾਣੀ 'ਚ ਕੀ ਲਿਖਦੇ ਨੇ ਵੀ ਮੈਂ ਉਦਾਸ ਹੋ ਗਿਆ ਵਾਹਿਗੁਰੂ ਨੂੰ ਮਿਲ ਕੇ। ਮੈਂ ਕਹਿੰਦੇ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਮੇਰੇ ਮਨ ਦੇ ਵਿੱਚ ਉਤਸ਼ਾਹ ਪੈਦਾ ਹੋ ਗਿਆ, ਚਾਅ ਪੈਦਾ ਹੋ ਗਿਆ ਆਪਣੇ ਪਿਆਰੇ ਨੂੰ ਮਿਲਣ ਦਾ, ਵੀ ਮੈਨੂੰ ਪਤਾ ਲੱਗਾ ਵੀ ਵਾਹਿਗੁਰੂ ਆ ਰਹੇ ਨੇ, ਮੇਰੇ ਮਨ 'ਚ ਪ੍ਰਗਟ ਹੋ ਰਹੇ ਨੇ। ਸੋ ਇਹ ਗਲਤ ਪ੍ਰਚਾਰ ਜਿਹੜਾ ਪੰਥ ਦੇ ਵਿੱਚ ਹੋ ਰਿਹਾ, ਇਹਦਾ ਨੁਕਸਾਨ ਬਹੁਤ ਹੋ ਰਿਹਾ। ਤਾਂ ਹੀ ਲੋਕੀ ਬਾਬਿਆਂ ਦੇ ਪਿੱਛੇ ਭੱਜਦੇ ਆ ਅੱਜ ਕੱਲ੍ਹ। ਮਾਫ ਕਰਨਾ, ਘਰਾਂ ਦੇ ਵਿੱਚ ਤਸਵੀਰਾਂ ਲਾਈਆਂ, ਇਹ ਮੇਰਾ ਬਾਬਾ, ਇਹ ਮੇਰਾ ਬਾਬਾ। ਉਹ ਇੱਕ ਬਾਬਾ ਕਿਸੇ ਦੇ ਘਰ 'ਚ ਆ ਗਿਆ ਤੇ ਉਹਨੇ ਕਿਹਾ ਭਾਈ ਤੁਸੀਂ ਮੇਰੀ ਫੋਟੋ ਟੋਇਲਟ ਦੇ ਵਿੱਚ ਕਿਉਂ ਲਾਈ ਹੋਈ ਹੈ? ਉਹ ਕਹਿੰਦੇ ਸਾਡੇ ਬੱਚੇ ਬੜਾ ਪਿਆਰ ਕਰਦੇ ਤੁਹਾਡੇ ਨਾਲ। ਟੋਇਲਟ ਦੇ ਵਿੱਚ ਵੀ ਬਾਬਿਆਂ ਦੀਆਂ ਫੋਟੋ ਲਾਈਆਂ। ਰੱਬ ਰਾਖੇ, ਰੱਬ ਵਾਹਿਗੁਰੂ ਕਿਰਪਾ ਕਰੇ। ਉਹ ਭਾਈ ਬੁੱਤਾਂ ਨੂੰ, ਤਸਵੀਰਾਂ ਨੂੰ ਨਾ ਪੂਜੋ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਜਾਣ ਲਓ ਸਤ ਸੰਗਤ ਜੀ, ਤੁਸੀਂ ਆਪ ਵੀ ਵਾਹਿਗੁਰੂ ਦਾ ਰੂਪ ਹੋ। ਆਪਣੀ ਫੋਟੋ ਲਾ ਕੇ ਰੱਖ ਲਿਆ ਕਰੋ ਸਾਹਮਣੇ ਤੇ ਦੇਖਿਆ ਕਰੋ ਵੀ ਤੁਹਾਡਾ ਰੂਪ ਗੁਰੂ ਗੋਬਿੰਦ ਸਿੰਘ ਜੀ ਵਰਗਾ ਬਣਿਆ ਕਿ ਨਹੀਂ ਬਣਿਆ। ਤੁਹਾਡਾ ਜੀਵਨ ਗੁਰੂ ਗੋਬਿੰਦ ਸਿੰਘ ਜੀ ਵਰਗਾ ਬਣਿਆ ਕਿ ਨਹੀਂ ਬਣਿਆ। ਤੁਹਾਡਾ ਜੀਵਨ ਮਾਤਾ ਗੁਜਰੀ ਜੀ ਵਰਗਾ ਬਣਿਆ ਕਿ ਨਹੀਂ ਬਣਿਆ। ਆਪਣੀ ਫੋਟੋ ਲਾ ਕੇ ਪਰਖ ਲਿਆ ਕਰੋ ਆਪਣੇ ਆਪ ਨੂੰ। ਗੁਰੂ ਮਹਾਰਾਜ ਕਿਰਪਾ ਕਰ। ਬਲਿਹਾਰੀ ਗੁਰ ਆਪਣੇ ਵਿਟੋਂ ਜਿਨ ਕਾਰਜ ਸਭ ਸਵਾਰੇ। ਮੈਂ ਗੁਰੂ ਤੋਂ ਬਲਿਹਾਰ ਜਾਣਾ ਜਿਨੇ ਮੇਰੇ ਸਾਰੇ ਕਾਰਜ ਸਵਾਰਤੇ। ਕਿਉਂ? ਕਿਉਂ ਹਰੀ ਦੇ ਮਿਲਾਪ ਦਾ ਫਲ ਪ੍ਰਾਪਤ ਹੋ ਗਿਆ। ਹਰ ਪ੍ਰਭ ਕਿਰਪਾ ਕਰੇ ਹਰ ਜਾਪੋ, ਸੁਖ ਫਲ ਹਰ ਜਨ ਪਾਵੋ। ਨਾਨਕ ਕਹੈ ਸੁਣੋ ਜਨ ਭਾਈ, ਸੁਖ ਸੁਹੇਲੜਾ ਹਰ ਧਿਆਵੋ। ਗੁਰੂ ਮਹਾਰਾਜ ਅੱਜ ਦੇ ਪਵਿੱਤਰ ਹੁਕਮਨਾਮੇ ਦੇ ਵਿੱਚ, ਜਿਹਦੇ 4 ਹਿੱਸੇ ਨੇ, ਸਮੇਂ ਨੂੰ ਖਿਆਲ ਦੇ ਵਿੱਚ ਰੱਖਦੇ ਹੋਏ ਦਾਸ ਨੇ ਇੱਕ ਹਿੱਸੇ ਦਾ ਉਚਾਰਨ ਕੀਤਾ ਹੈ। ਦੂਜੇ ਭਾਗ ਦੇ ਵਿੱਚ ਗੁਰੂ ਮਹਾਰਾਜ ਫਰਮਾਉਂਦੇ ਹਨ, ਜਿਨ ਕੋ ਧੁਰ ਲਿਖਿਆ ਤਿਨ ਗੁਰ ਮਿਲਿਆ, ਤਿਨ ਜਨਮ ਮਰਨ ਭਉ ਭਾਗਾ। ਜਿਨ੍ਹਾਂ ਦੇ ਮਸਤਕ ਤੇ ਲਿਖਿਆ ਹੁੰਦਾ ਨਾ ਇਹ ਗੁਰੂ ਦੀ ਪ੍ਰਾਪਤੀ ਹੋਣੀ ਹੈ, ਗਿਆਨ ਦੀ ਪ੍ਰਾਪਤੀ ਹੋਣੀ ਹੈ, ਉਹਨਾਂ ਨੂੰ ਪ੍ਰਾਪਤੀ ਹੁੰਦੀ ਹੈ। ਛੋਟੀ ਜਿਹੀ ਉਦਾਹਰਨ ਦਿੰਦਾ ਤੁਹਾਨੂੰ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਨਮ ਹੋਇਆ 1469 ਦੇ ਵਿੱਚ। ਗੁਰੂ ਅਮਰਦਾਸ ਮਹਾਰਾਜ ਦਾ ਜਨਮ ਹੋਇਆ 1479 ਦੇ ਵਿੱਚ, 10 ਸਾਲ ਮਗਰੋਂ। ਤੇ ਭਾਈ ਲਹਿਣਾ ਜੀ, ਧੰਨ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ, ਉਹਨਾਂ ਦਾ ਜਨਮ ਹੋਇਆ 1504 ਦੇ ਵਿੱਚ। ਹੁਣ ਗੁਰੂ ਅਮਰਦਾਸ ਜੀ ਮਹਾਰਾਜ ਦਾ ਮਿਲਾਪ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲ ਨਹੀਂ ਹੋਇਆ। ਹਾਲੇ ਭਾਈ ਲਹਿਣਾ ਜੀ ਦਾ ਜਨਮ ਵੀ ਨਹੀਂ ਹੋਇਆ ਸੀ। 25 ਸਾਲ ਦੀ ਉਮਰ ਤੱਕ ਗੁਰੂ ਅਮਰਦਾਸ ਜੀ ਗੁਰੂ ਨਾਨਕ ਦੇਵ ਜੀ ਦਾ ਮਿਲਾਪ ਨਹੀਂ ਕਰ ਸਕੇ। ਭਾਈ ਲਹਿਣਾ ਜੀ ਦਾ ਜਨਮ ਬਾਅਦ ਦੇ ਵਿੱਚ ਹੋਇਆ, 35 ਸਾਲ ਬਾਅਦ, ਤੇ ਉਹਨਾਂ ਦਾ ਮਿਲਾਪ ਗੁਰੂ ਨਾਨਕ ਦੇਵ ਜੀ ਨਾਲ ਪਹਿਲਾਂ ਹੋ ਗਿਆ ਤੇ ਗੁਰੂ ਬਣ ਗਏ। 62 ਸਾਲ ਦੀ ਉਮਰ ਦੇ ਵਿੱਚ ਜਾ ਕੇ ਗੁਰੂ ਅਮਰਦਾਸ ਜੀ ਦਾ ਮਿਲਾਪ ਹੋਇਆ ਭਾਈ ਲਹਿਣਾ ਜੀ ਦੇ ਨਾਲ, ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਨਾਲ। ਦੇਖੋ, ਜਿਨ੍ਹਾਂ ਦੇ ਭਾਗਾਂ 'ਚ ਗੁਰੂ ਨੂੰ ਮਿਲਣਾ, ਉਹਨਾਂ ਨੇ ਨਹੀਂ ਮਿਲਣਾ। ਅਰਦਾਸ ਕਰੀਏ ਅਸੀਂ ਵੀ ਮਾਲਕ, ਮੇਰੇ ਮਾਲਕਾ, ਨਿਰੰਕਾਰ ਦੇ ਨਾਲ ਸੁਰਤ ਜੋੜ ਦੇ। ਬਹੁਤ ਸਮਾਂ ਹੋ ਗਿਆ ਬਾਬਿਆਂ ਨੂੰ ਪਿੱਛੇ ਪਿੱਛੇ ਉਹਨਾਂ ਦੇ ਜਾਂਦੇ, ਜੀਵਨ ਬਰਬਾਦ ਹੋ ਗਏ। ਇੱਕ ਨਹੀਂ, ਕਈ ਜੀਵਨ ਬਰਬਾਦ ਹੋ ਗਏ। ਸੋ ਗੁਰੂ ਮਹਾਰਾਜ ਨੇ ਅੱਜ ਪਵਿੱਤਰ ਹੁਕਮਨਾਮੇ ਵਿੱਚ ਉਪਦੇਸ਼ ਦਿੱਤਾ ਵੀ ਜਿਹੜੇ ਅਸਲ ਮਾਇਨੇ ਦੇ ਵਿੱਚ ਭਗਤ ਬਣ ਜਾਂਦੇ ਹਨ, ਉਹਨਾਂ ਦੀ ਪੂਜਾ 10 ਦਿਸ਼ਾਵਾਂ ਦੇ ਵਿੱਚ ਹੁੰਦੀ ਹੈ। ਦਹਿ ਦਿਸ਼ ਪੂਜ ਹੋਵੇ ਹਰ ਜਨ ਕੀ, ਜੋ ਹਰ ਹਰ ਨਾਮ ਧਿਆਏ,
ਜਿਹੜੇ ਵਾਹਿਗੁਰੂ ਦੇ ਨਾਮ ਨੂੰ ਧਿਆ ਕੇ ਵਾਹਿਗੁਰੂ ਵਰਗੇ ਹੋ ਜਾਂਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਫਰਮਾਉਂਦੇ ਹਨ, ਨਿਸ ਦਿਨ ਜੋ ਪ੍ਰਾਣੀ ਭਜੈ, ਉਹ ਜਿਹੜਾ ਪ੍ਰਾਣੀ ਆ, ਜਿਹੜਾ ਨਿਸ ਦਿਨ, ਦਿਨ ਤੇ ਰਾਤ ਉਸ ਪਰਮੇਸ਼ਰ ਨੂੰ ਜਪਦਾ, ਉਹਦੇ ਵਿੱਚ ਤੇ ਵਾਹਿਗੁਰੂ ਦੇ ਵਿੱਚ ਕੋਈ ਅੰਤਰ ਨਹੀਂ। ਜੋ ਪ੍ਰਾਣੀ ਨਿਸ ਦਿਨ ਭਜੈ, ਰੂਪ ਰਾਮ ਤਹਿ ਜਾਨ, ਤਹਿ ਨਰ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਕੋਈ ਫਰਕ ਨਹੀਂ। ਪਰ ਇਹ ਵਾਹਿਗੁਰੂ ਦੀ ਖੇਡ ਆ। ਨਾਨਕ ਹਰ ਆਪੇ ਜੋੜ ਵਿਛੋੜਾ, ਹਰ ਬਿਨ ਕੋ ਦੂਜਾ ਹੀ, ਸਾਜਨ ਆਏ ਉਠੇ ਘਰ ਮਾਈ। ਮੇਰਾ ਸੱਜਣ, ਮੇਰਾ ਪਿਆਰਾ ਮਿੱਤਰ ਮੇਰੇ ਹਿਰਦੇ ਰੂਪੀ ਘਰ ਦੇ ਵਿੱਚ ਆ ਗਿਆ, ਪਰ ਜੋੜਦਾ ਵੀ ਆਪ ਹੈ ਤੇ ਵਿਛੋੜਦਾ ਵੀ ਆਪ ਹੈ। ਇਹਦੀ ਖੇਡ ਹੈ। ਪਰ ਜਿਹੜਾ ਅਰਦਾਸ ਕਰਦਾ ਸੱਚੇ ਦਿਲਾਂ ਦੇ ਨਾਲ, ਉਹਨਾਂ ਨੂੰ ਵਾਹਿਗੁਰੂ ਆਪਣੇ ਨਾਲ ਜੋੜ ਲੈਂਦੇ ਹਨ, ਆਪਣਾ ਰੂਪ ਬਖਸ਼ ਦਿੰਦੇ ਹਨ। ਭੁੱਲਾਂ ਚੁੱਕਾਂ ਦੀ ਮਾਫੀ। ਕੁਝ ਸਮਾਂ ਪਿਆਰ ਦੇ ਨਾਲ ਅੰਗਰੇਜ਼ੀ ਦੇ ਵਿੱਚ ਵਿਚਾਰ ਸ਼ਰਵਣ ਕਰਨਾ ਜੀ। Today's ਹੁਕਮਨਾਮਾ is blessing from Sachkhand Shri Harmandir Sahib. ਧੰਨ ਧੰਨ ਗੁਰੂ ਅਮਰਦਾਸ ਜੀ Maharaj has composed today's ਹੁਕਮਨਾਮਾ in Rag Suhi. Rag Suhi provides the devotional mood. Hukamnama is placed in ਧੰਨ ਧੰਨ Shri Guru Granth Sahib Ji Maharaj on Ang 767. ਰਾਗ ਸੂਹੀ ਛੰਤ ਮਹਿਲਾ ਤੀਜਾ ਘਰ ਦੂਜਾ। ਇਕ ਓੰਕਾਰ ਸਤਿਗੁਰ ਪ੍ਰਸਾਦ, ਸੁਖ ਸੁਹੇਲੜਾ ਹਰ ਧਿਆਵੋ, ਗੁਰਮੁਖ ਹਰ ਫਲ ਪਾਵੋ। ਸੁਖ ਸੁਹੇਲੜਾ, ਸੁਹੇਲੜਾ means song of praise, when you glorify Almighty God. Har ਧਿਆਵੋ, har means eternal Lord, ਧਿਆਵੋ means ਧਿਆਨ ਦੇ ਵਿੱਚ ਰੱਖਣਾ, to keep in focus. When you deal with people, deal with your family, you need to keep Vaheguru in your focus, that Vaheguru is in control. It's very, very important. A lot of time we think we are doing things. We are making things happen. Now, as long as you think you are doing things, you will not be able to accomplish the anand in your life, the eternal joy in your life. Keep Vaheguru in your focus, that Almighty Vaheguru is the giver. You need to remember this way. You are in the flesh. You are in human life not through your choice. It was Vaheguru's will that you are in human flesh. When one has to die, it's not someone's choice. It's Vaheguru's hukam. It's the will of the Almighty. Keep Vaheguru in your focus. Vaheguru is most intelligent. Sada Siddha Buddha Brid Karta Ado Urd Ardang Agang Og Harta. In Japsa Bani Guru Maharaj reveals, Vaheguru confers the Buddh, the intellect. Vaheguru confers and blesses people with spiritual powers, perfection. Vaheguru eradicates all the sins. Agang, Og-harta. All the sins. Agang means pap, sins. When you keep Vaheguru in focus and praise Vaheguru, that will bring peace in your life. Sukh. Sukh means peace. Sukh sohelada har tyavo. So sing the praise of Vaheguru. It will bring peace in your life. Now, most importantly, how you deal with people, how you respond to the environment,
Do you act like Vaheguru? There are so many people who don't even acknowledge Vaheguru. Vaheguru still keeps giving them. Do you have that nature? Vaheguru had beautiful nature and quality of forgiveness. Do you have that nature? That's how you keep Vaheguru in focus. Vaheguru is all loving, ignores all the faults. Do you have that quality? In Ardas, every day, we say those Gursikhs are amazing who saw fault in others but ignored it. Dekh ke undit karna. You see someone is doing something wrong, but you do undit. You ignore it. Don't advertise. Don't publicize. So if you have qualities of Vaheguru, it will bring peace in your life. You care for people. You never ever think what people are going to do for me. You always think what I can do for people. Absolute selfless character. If you have that character, then you are keeping Vaheguru in your focus. You are meditating on Vaheguru's naam, Vaheguru's qualities, Vaheguru's virtues. Without virtues, you can't even become a Bhagat. Sab gun tere main nahi koe, vin gun kite Bhagat na hoye. So Guru Maharaj reveals, Gurmukh har phal pavo. By becoming Gurmukh, you will be blessed with the har phal. What is phal? Phal means fruit. If you look at the word phal, Lalla has onkar underneath, which signifies that there is only one fruit we are looking for. That is merger with eternal Lord. If you become Gurmukh, forsake all your duality. You know, a lot of people ask, what is duality? Duality is simply you do not have faith in the formless Vaheguru, but you are chasing people in your life. You are relying on other people. That is duality. When you have conflict in your life, conflict with people, you argue with people, that is duality. When you are attached to the material, you have moho, that is duality. When you are feeling lustful, you have no discipline in your life, you don't follow Guru's teaching, that is duality. Guru Maharaj describes even lying, being dishonest, is duality. Bair Birod, Kam Krodh Moho, being angry, is duality. So Kam, Bair Birod, Moho, Chhoot Bika, Maha Lobh Troho, Yahu Jugat Behane Kai Janam, Nanak Rakh Leo, Apan Kar Karam. Many lives have been lost in duality. By singing Vaheguru's praises, you become focused on Vaheguru. Gurmukh phal pavo, har naam te avo ho, janam janam ke dukh nivare. You know, if someone had desire to build a palace, and remember, there is no time for death, and that person dies, that seed of desire has been sown in the soul. Soul never dies. So that person has to go into the cycle of reincarnation, come back, and that seed is still there. Someone has animosity with someone. You don't like someone. That seed of hatred is still there. It's there for many lives. But Guru Maharaj reveals that will become the cause of rebirth cycle. Precious words today. Gurmukh phal pavo, har naam te avo, janam janam ke dukh nivare.
If you become a Gurmukh, you will receive the fruit of union with Vaheguru. And all the duality, all the seeds of corruption you have sown in your soul will be wiped up. And that's how you are going to meet Vaheguru. But only those who are blessed, they will attain that stage. Sat Sangat Ji, Guru Nanak Dev Ji Maharaj was born in 1469. Guru Amar Das Ji was born in 1479. And Bhai Lehna Ji was born in 1504. But Bhai Lehna Ji was so lucky and fortunate, he came in contact with Guru Nanak Dev Ji before Guru Amar Das Ji. So only those who are fortunate will meet the Guru. Let's pray and make this life full of bliss. Bhulan Chukan di maafi. Have a great day. Vaheguru Ji ka Khalsa, Vaheguru Ji ki Fateh.